ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਡੂੰਘੀਆਂ ਸਿਖਰਾਂ। ਮਿਲਣਾ ਅਤੇ ਵਿਛੜਨਾ। ਦਿਲ ਦੀ ਸਿਆਣਪ ਨੂੰ ਸਲੀਕਾ ਕਹਿੰਦੇ ਹਨ ਅਤੇ ਸਿਆਣਪ ਅਤੇ ਪਿਆਰ ਨਾਲ ਕੀਤੇ ਕੰਮ ਨੂੰ ਹੁਨਰ ਕਿਹਾ ਜਾਂਦਾ ਹੈ। ਸਲੀਕੇ ਨਾਲ ਕੀਤੇ ਕਾਰਜ ਸਾਨੂੰ ਦੂਜਿਆਂ ਦੇ ਸੰਪਰਕ ਵਿੱਚ ਲਿਆਉਂਦੇ ਹਨ ਅਤੇ ਇਹ ਸੰਪਰਕ ਗੂੜ੍ਹੇ ਰਿਸ਼ਤੇ ਹੋ ਨਿਬੜਦੇ ਹਨ। ਜਿਵੇਂ ਕੋਈ ਵੀ ਰੱਸੀ ਇੱਕ ਸਿਰੇ ਵਾਲੀ ਨਹੀਂ ਹੁੰਦੀ, ਉਵੇਂ ਹੀ ਕੋਈ ਵੀ ਰਿਸ਼ਤਾ ਅਜਿਹਾ ਨਹੀਂ ਹੁੰਦਾ ਜਿਸ ਦੀ ਕੇਵਲ ਇੱਕ ਧਿਰ ਹੋਵੇ। ਦੋਸਤੀ ਅਤੇ ਦੁਸ਼ਮਣੀ ਰਿਸ਼ਤਿਆਂ ਦੇ ਮੁੱਖ ਨਾਂ ਹਨ। ਪਿਆਰ ਵਿੱਚ ਹਰੇਕ ਚੀਜ਼ ਪਿਆਰੀ ਲੱਗਣ ਲੱਗ ਪੈਂਦੀ ਹੈ, ਜਦੋਂ ਕਿ ਦੁਸ਼ਮਣੀ, ਗੁੱਸਾ ਜਾਂ ਨਫ਼ਰਤ ਕਿਸੇ ਇੱਕ ਵਿਅਕਤੀ 'ਤੇ ਕੇਂਦਰਿਤ ਹੁੰਦਾ ਹੈ। ਸੰਸਾਰ ਵਿੱਚ ਦੋਸਤ ਸਭ ਥਾਵਾਂ 'ਤੇ ਮਿਲ ਜਾਂਦੇ ਹਨ। ਲੋਕ ਆਪ ਮੁਹਾਰੇ ਮਿੱਤਰ ਬਣ ਜਾਂਦੇ ਹਨ, ਜਦੋਂ ਕਿ ਦੁਸ਼ਮਣ ਬਣਾਉਣੇ ਪੈਂਦੇ ਹਨ। ਮਿਲਣਾ ਅਤੇ ਵਿਛੜਨਾ ਜ਼ਿੰਦਗੀ ਦੇ ਬੁਨਿਆਦੀ ਅਨੁਭਵ ਹਨ। ਮਿਲਾਪ ਵਿੱਚ ਲੋਹਾ ਵੀ ਚਮਕਦਾ ਹੈ, ਵਿਛੋੜੇ ਉਪਰੰਤ ਚਮਕਣ ਵਾਲੇ ਹੀਰੇ ਵੀ ਧੁੰਦਲੇ ਲੱਗਦੇ ਹਨ। ਦੋਸਤੀ ਮਿਲਾਪ ਦੀ ਉਦਾਹਰਨ ਹੈ, ਦੁਸ਼ਮਣੀ ਵਿਛੋੜੇ ਦੀ ਮਿਸਾਲ ਹੈ। ਅਸੀਂ ਆਪਣੇ ਦੋਸਤਾਂ ਬਾਰੇ ਡੂੰਘਾਈ ਨਾਲ ਨਹੀਂ ਸੋਚਦੇ, ਕਿਉਂਕਿ ਡੂੰਘਾਈ ਨਾਲ ਸੋਚਣ ਵਿੱਚ ਨਫ਼ੇ ਨੁਕਸਾਨ ਦੀ ਬਿਰਤੀ ਹੁੰਦੀ ਹੈ ਅਤੇ ਦੋਸਤੀ ਇਸ ਬਿਰਤੀ ਤੋਂ ਮੁਕਤ ਹੋ ਕੇ ਹੀ ਸੰਭਵ ਹੁੰਦੀ ਹੈ। ਵਫ਼ਾਦਾਰੀ ਦੇ ਅਰਥ ਵੱਡੀ ਮੁਸੀਬਤ ਵਿੱਚ ਵਫ਼ਾਦਾਰ ਰਹਿਣ ਤੋਂ ਹਨ। ਕਰ ਭਾਵੇਂ ਕੋਈ ਕੁਝ ਨਾ ਸਕੇ, ਪਰ ਕਰਨ ਦੀ ਭਾਵਨਾ ਵਫ਼ਾਦਾਰੀ ਦੀ ਸੂਚਕ ਹੁੰਦੀ ਹੈ। ਮਿਹਰਬਾਨੀਆਂ ਨਾਲ ਵਫ਼ਾਦਾਰੀਆਂ ਨਹੀਂ ਉਸਰਦੀਆਂ। ਮਿਹਰਬਾਨੀਆਂ ਬੰਦ ਕਰ ਦਿਓ। ਸਭ ਤੋਂ ਵੱਡੇ ਵਫ਼ਾਦਾਰ ਸਭ ਤੋਂ ਪਹਿਲਾਂ ਵਿਛੜਨਗੇ। ਵਪਾਰ ਅਤੇ ਰਾਜਨੀਤੀ ਵਿੱਚ ਇਵੇਂ ਹੀ ਹੁੰਦਾ ਹੈ। ਰਾਜਨੀਤੀ ਵਿੱਚ ਲੋਕ ਜਾਣ ਪਛਾਣ ਤੋਂ ਬਿਨਾਂ ਜੱਫੀਆਂ ਪਾਉਂਦੇ ਹਨ। ਦੋਸਤੀ ਤੋਂ ਬਿਨਾਂ ਹੀ ਇੱਕ ਦੂਜੇ ਦੇ ਵਫ਼ਾਦਾਰ ਹੋਣ ਦੀਆਂ ਸਹੁੰ ਖਾਂਦੇ ਹਨ ਅਤੇ ਇੱਕ ਦੂਜੇ ਨੂੰ ਜਾਣੇ ਬਿਨਾਂ ਧੋਖਾ ਦਿੰਦੇ ਹਨ। ਰਾਜਨੀਤਿਕ ਅਤੇ ਵਪਾਰਕ ਬਿਰਤੀ ਸਮਾਜਿਕ ਸੱਭਿਆਚਾਰਕ ਰਿਸ਼ਤਿਆਂ ਵਿੱਚ ਵੀ ਪ੍ਰਵੇਸ਼ ਕਰ ਗਈ ਹੈ। ਮਿਲਣਾ ਵਿਛੜਨਾ ਜਾਰੀ ਹੈ, ਪਰ ਰਫ਼ਤਾਰ ਤੇਜ਼ ਹੋ ਗਈ ਹੈ ਅਤੇ ਮਿਲਣ ਅਤੇ ਵਿਛੜਨ ਦੇ ਢੰਗ, ਤਰੀਕੇ ਅਤੇ ਉਦੇਸ਼ ਬਦਲ ਗਏ ਹਨ। ਹੁਣ ਸ਼ਹਿਰ ਉਹਨਾਂ ਲੋਕਾਂ ਨਾਲ ਭਰੇ ਪਏ ਹਨ ਜਿਨ੍ਹਾਂ ਨੂੰ ਅਸੀਂ ਮਿਲਦੇ ਹਾਂ। ਮਿਲਣਾ ਪੈਂਦਾ ਹੈ, ਪਰ ਉਹਨਾਂ ਨੂੰ ਅਸੀਂ ਆਪਣੇ ਘਰ ਨਹੀਂ ਬੁਲਾਉਂਦੇ, ਨਾ ਹੀ ਉਹਨਾਂ ਦੇ ਘਰ ਆਪ ਜਾਣਾ ਚਾਹੁੰਦੇ ਹਾਂ। ਇਹ ਮਰਿਆਦਾ ਵਿਹੂਣੇ ਰਿਸ਼ਤੇ ਹਨ। ਅਸੀਂ ਗਊ ਨੂੰ ਘੋੜੇ ਤੋਂ, ਘੋੜੇ ਨੂੰ ਊਠ ਤੋਂ, ਊਠ ਨੂੰ ਹਾਥੀ ਤੋਂ ਇਸ ਆਧਾਰ ਉੱਤੇ ਵਖਰਿਆਉਂਦੇ ਹਾਂ ਕਿਉਂਕਿ ਹਰੇਕ ਦੇ ਵਿਹਾਰ ਦਾ ਇੱਕ ਦਾਇਰਾ ਹੁੰਦਾ ਹੈ ਜਿਸ ਅੰਦਰ ਰਹਿਣ ਦੀ ਪਾਬੰਦੀ ਅਤੇ ਮਰਿਆਦਾ ਹੁੰਦੀ ਹੈ। ਮਨੁੱਖੀ ਸਮਾਜ ਵਿੱਚ ਵੀ ਇਵੇਂ ਹੀ ਹੈ। ਮਾਸੀ, ਭੂਆ, ਮਾਮਾ, ਚਾਚਾ, ਗੁਆਂਢੀ, ਦੋਸਤ, ਭਤੀਜਾ, ਭਾਣਜਾ ਸਾਰੇ ਦਾਇਰਿਆਂ ਦੇ ਨਾਂ ਹਨ ਅਤੇ ਜਦੋਂ ਕੋਈ ਆਪਣੇ ਦਾਇਰੇ ਦੀ ਮਰਿਆਦਾ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੀ ਪਛਾਣ ਵਿਗੜ ਜਾਂਦੀ ਹੈ ਅਤੇ ਉਹ ਵਿਛੜ ਜਾਂਦਾ ਹੈ। ਇਹ ਕਦੇ ਵੀ ਨਹੀਂ ਹੋਵੇਗਾ ਕਿ ਸਾਨੂੰ ਚੰਗੇ ਬੰਦੇ ਹੀ ਮਿਲਣ ਜਾਂ ਸਾਡੀ ਬਾਰੀ ਵਿੱਚੋਂ ਕੇਵਲ ਠੰਡੀ ਹਵਾ ਹੀ ਆਵੇ ਜਾਂ ਸਾਨੂੰ ਚੰਗੇ ਨਜ਼ਾਰੇ ਹੀ ਵੇਖਣ ਨੂੰ ਮਿਲਣ। ਜੀਵਨ ਦੀਆਂ ਸਥਿਤੀਆਂ ਦਾ ਬਦਲਣਾ ਸੁਭਾਵਿਕ ਹੈ। ਹਰ ਸਖਤ ਚੀਜ਼ ਵਕਤ ਪਾ ਕੇ ਢਿੱਲੀ ਹੋ ਜਾਂਦੀ ਹੈ ਅਤੇ ਹਰ ਢਿੱਲੀ ਚੀਜ਼ ਸਮੇਂ ਦੇ ਬੀਤਣ ਨਾਲ ਸਖਤ ਹੋ ਜਾਂਦੀ ਹੈ। ਜਦੋਂ ਰਿਸ਼ਤੇ ਉਸਰਦੇ ਹਨ ਤਾਂ ਉਹ ਲਚਕਦਾਰ ਅਤੇ ਮਜ਼ਬੂਤ ਹੁੰਦੇ ਹਨ। ਉਹਨਾਂ ਵਿੱਚ ਵਿਰੋਧਾਂ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ, ਯੋਗਤਾ ਹੁੰਦੀ ਹੈ, ਪਰ ਜਦੋਂ ਟੁੱਟਦੇ ਹਨ ਤਾਂ ਕੌੜੇ ਹੋ ਜਾਂਦੇ ਹਨ ਜਾਂ ਸਖਤ ਹੋ ਕੇ ਟੁੱਟ ਜਾਂਦੇ ਹਨ। ਹਰੇਕ ਭਾਈਵਾਲੀ ਦਾ ਆਰੰਭ ਪਰਸਪਰ ਸਦਭਾਵਨਾ ਨਾਲ ਹੁੰਦਾ ਹੈ, ਪਰ ਕਿਉਂਕਿ ਕੰਮ ਅਤੇ ਜ਼ਿੰਮੇਵਾਰੀਆਂ ਦੀ ਵੰਡ ਅੱਧ ਵਿੱਚੋਂ ਨਹੀਂ ਕੀਤੀ ਗਈ ਹੁੰਦੀ, ਸੋ ਇੱਕ ਦਿਨ ਭਾਈਵਾਲੀ ਨੇ ਟੁੱਟਣਾ ਹੀ ਹੁੰਦਾ ਹੈ। ਸਮੁੰਦਰ ਵਿੱਚ ਲਹਿਰਾਂ ਉੱਠਦੀਆਂ ਹਨ, ਮਿਟ ਜਾਂਦੀਆਂ ਹਨ, ਸਮੁੰਦਰ ਉੱਥੇ ਹੀ ਰਹਿੰਦਾ ਹੈ। ਇਵੇਂ ਹੀ ਇਸ ਸੰਸਾਰ ਵਿੱਚ ਲੋਕ ਸਾਨੂੰ ਮਿਲਦੇ ਹਨ, ਨਾਲ ਚੱਲਦੇ ਹਨ, ਪਰ ਫਿਰ ਅਸੀਂ ਵਿਛੜ ਜਾਂਦੇ ਹਾਂ, ਪਰ ਸੰਸਾਰ ਉੱਥੇ ਹੀ ਰਹਿੰਦਾ ਹੈ। ਰੇਲ ਗੱਡੀ ਵਿੱਚੋਂ ਜਿਨ੍ਹਾਂ ਨੇ ਉਤਰਨਾ ਹੁੰਦਾ ਹੈ ਉਹ ਕਹਿੰਦੇ ਹਨ ਸਟੇਸ਼ਨ ਆ ਗਿਆ ਹੈ। ਜਿਨ੍ਹਾਂ ਨੇ ਗੱਡੀ ਵਿੱਚ ਚੜ੍ਹਨਾ ਹੁੰਦਾ ਹੈ ਉਹ ਕਹਿੰਦੇ ਹਨ ਗੱਡੀ ਆ ਗਈ ਹੈ। ਹਰ ਕਾਰਜ, ਵਰਤਾਰਾ ਜਾਂ ਸੰਬੰਧ ਇੱਕ ਸੀਮਾ ਵਿੱਚ ਵਿਚਰਦਾ ਹੈ। ਆਦਿ, ਮੱਧ ਅਤੇ ਅੰਤ ਹਰੇਕ ਵਰਤਾਰੇ ਦੇ ਭਾਗ ਹਨ। ਮਨੁੱਖੀ ਰਿਸ਼ਤਿਆਂ ਵਿੱਚ ਵੀ ਇਵੇਂ ਹੀ ਵਾਪਰਦਾ ਹੈ। ਹਰ ਸੰਬੰਧ ਨੇ ਅੰਤ ਨੂੰ ਟੁੱਟਣਾ ਹੈ। ਜਿਨ੍ਹਾਂ ਨੇ ਸੰਸਾਰ ਨੂੰ ਘੁੱਟ ਕੇ ਫੜਿਆ ਹੁੰਦਾ ਹੈ ਉਹਨਾਂ ਤੋਂ ਵੀ ਸੰਸਾਰ ਇਵੇਂ ਛੁੱਟ ਜਾਂਦਾ ਹੈ ਜਿਵੇਂ ਸੋ ਰਹੇ ਬੱਚੇ ਦੇ ਹੱਥੋਂ ਉਸਦਾ ਪਿਆਰਾ ਖਿਡੌਣਾ ਡਿੱਗ ਪੈਂਦਾ ਹੈ। ਜਦੋਂ ਕੋਈ ਫਲ ਦਰੱਖਤ ਤੋਂ ਡਿੱਗਦਾ ਹੈ ਤਾਂ ਉਹ ਮੁੜ ਦਰੱਖਤ ਦਾ ਭਾਗ ਨਹੀਂ ਬਣ ਸਕਦਾ। ਇਸੇ ਕਰਕੇ ਕਹਿੰਦੇ ਹਨ ਕਿ ਸੰਸਾਰ ਵਿੱਚ ਹਰ ਚੀਜ਼ ਜਾਂ ਉਸਰ ਰਹੀ ਹੈ ਜਾਂ ਨਿਗਰ ਰਹੀ ਹੈ, ਜਾਂ ਪੱਕ ਰਹੀ ਹੈ ਜਾਂ ਸੜ ਰਹੀ ਹੈ। ਕੋਈ ਸੰਸਾਰ ਵਿੱਚ ਪ੍ਰਵੇਸ਼ ਕਰ ਰਿਹਾ ਹੈ ਅਤੇ ਕੋਈ ਸੰਸਾਰ ਤੋਂ ਵਿਦਾ ਹੋ ਰਿਹਾ ਹੈ। ਹਰ ਵੇਲੇ ਸੰਸਾਰ ਵਿੱਚ ਕਿਸੇ ਥਾਂ ਸੂਰਜ ਚੜ੍ਹ ਰਿਹਾ ਅਤੇ ਕਿਸੇ ਥਾਂ ਉਹ ਡੁੱਬ ਰਿਹਾ ਹੁੰਦਾ ਹੈ।
ਕਈ ਅਨੁਭਵ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਮਿਲਣਾ ਅਤੇ ਵਿਛੜਨਾ ਇੱਕੋ ਵੇਲੇ ਵਾਪਰਦਾ ਹੈ। ਜਦੋਂ ਕਿਸੇ ਮੁਟਿਆਰ ਦਾ ਵਿਆਹ ਹੁੰਦਾ ਹੈ ਤਾਂ ਉਹ ਮਾਪਿਆਂ ਤੋਂ ਵਿਛੜ ਰਹੀ ਹੁੰਦੀ ਹੈ ਅਤੇ ਪਤੀ ਨਾਲ ਮਿਲ ਰਹੀ ਹੁੰਦੀ ਹੈ। ਘਰਾਂ ਵਿੱਚ ਬੱਚੇ ਆਉਂਦੇ ਹਨ ਪਰ ਅਰਥੀਆਂ ਜਾਂਦੀਆਂ ਹਨ। ਧਰਮ ਕਹਿੰਦਾ ਹੈ ਕਿ ਇਸ ਜਗਤ ਵਿੱਚ ਇੱਕ ਹੀ ਸੰਬੰਧ ਸਦੀਵੀ ਹੈ, ਇਹ ਸੰਬੰਧ ਪਰਮਾਤਮਾ ਨਾਲ ਹੈ। ਬਾਕੀ ਰਿਸ਼ਤੇ ਬਣਦੇ ਹਨ, ਮਿਟ ਜਾਂਦੇ ਹਨ। ਰਿਸ਼ਤਿਆਂ ਵਿੱਚ ਆਸ ਸੁੱਖ ਦੀ ਕੀਤੀ ਜਾਂਦੀ ਹੈ ਪਰ ਮਿਲਦੇ ਦੁੱਖ ਹਨ। ਹਰੇਕ ਰਿਸ਼ਤਾ ਸੁੱਖ ਦੇ ਨਾਲ ਦੁੱਖ ਵੀ ਦਿੰਦਾ ਹੈ। ਦੋਸਤ ਵਿਛੜ ਕੇ ਦੁੱਖ ਦਿੰਦੇ ਹਨ, ਦੁਸ਼ਮਣ ਮਿਲ ਕੇ ਦੁੱਖ ਦਿੰਦੇ ਹਨ। ਸੁੱਖ ਦੁੱਖ ਸਥਾਨ ਬਦਲਦੇ ਰਹਿੰਦੇ ਹਨ। ਜਿਸ ਨੂੰ ਅਸੀਂ ਦੁਰਭਾਗ ਸਮਝਦੇ ਹਾਂ, ਕਈ ਵਾਰੀ ਉਹ ਹੀ ਸੁਭਾਗ ਹੋ ਨਿਬੜਦਾ ਹੈ। ਇਸ ਪੱਖ ਤੋਂ ਮੀਰਾ ਦੀ ਕਹਾਣੀ ਬੜੀ ਦਿਲਚਸਪ ਹੈ। ਇੱਕ ਵਾਰੀ ਗੁਆਂਢ ਵਿੱਚ ਵਿਆਹ ਦੌਰਾਨ ਹੱਥ ਵਿੱਚ ਕ੍ਰਿਸ਼ਨ ਦੀ ਮੂਰਤੀ ਲੈ ਕੇ 8 ਸਾਲ ਦੀ ਮੀਰਾ ਨੇ ਆਪਣੀ ਮਾਂ ਤੋਂ ਪੁੱਛਿਆ, ਸਭ ਦਾ ਕਿਸੇ ਨਾਲ ਵਿਆਹ ਹੋ ਰਿਹਾ ਹੈ, ਮੇਰਾ ਵਿਆਹ ਕਿਸ ਨਾਲ ਹੋਵੇਗਾ? ਮਾਂ ਨੇ ਧੀ ਨੂੰ ਬੱਚੀ ਸਮਝ ਕੇ ਕਿਹਾ, ਤੇਰਾ ਵਿਆਹ ਇਸ ਕ੍ਰਿਸ਼ਨ ਨਾਲ ਹੋਵੇਗਾ। ਪਰ ਮੀਰਾ ਨੇ ਇਸ ਗੱਲ ਨੂੰ ਅੱਖਾਂ ਦੀ ਝੋਲੀ, ਦਿਲ ਦੀ ਬੁੱਕਲ ਅਤੇ ਪੈਰਾਂ ਦੀ ਚਾਲ ਵਿੱਚ ਸਾਂਭ ਲਿਆ। ਉਸੇ ਪਲ ਮੀਰਾ ਲਈ ਕ੍ਰਿਸ਼ਨ ਪਤੀ ਹੋ ਗਿਆ। ਬਚਪਨ ਵਿੱਚ ਹੀ ਮੀਰਾ ਦੀ ਮਾਂ ਮਰ ਗਈ। ਬਾਬੇ ਨੇ ਪਾਲਿਆ, ਬਾਬਾ ਵੀ ਮਰ ਗਿਆ। ਵਿਆਹ ਹੋਇਆ, ਪਤੀ ਵੀ ਮਰ ਗਿਆ। ਸਹੁਰੇ ਨੇ ਸੰਭਾਲਿਆ, ਸਹੁਰਾ ਵੀ ਗੁਜ਼ਰ ਗਿਆ। ਪਿਤਾ ਦੇ ਘਰ ਮੁੜੀ, ਪਿਤਾ ਵੀ ਚੱਲ ਵਸੇ। ਉਮਰ ਦੇ 3 ਦਹਾਕੇ ਪੂਰੇ ਹੋਣ ਤੋਂ ਪਹਿਲਾਂ ਮੀਰਾ ਦੇ ਸਾਰੇ ਸਹਾਰੇ ਵਿਛੜ ਗਏ। ਕਹਿਣ ਵਾਲੇ ਕਹਿਣਗੇ ਕਿ ਮੀਰਾ ਨਾਲ ਦੁਰਭਾਗ ਵਾਪਰਿਆ, ਪਰ ਡੂੰਘੀ ਨੀਝ ਨਾਲ ਵੇਖੀਏ ਤਾਂ ਇਹ ਸੁਭਾਗ ਹੀ ਸੀ, ਕਿਉਂਕਿ ਮੀਰਾ ਅਤੇ ਕ੍ਰਿਸ਼ਨ ਵਿਚਕਾਰ ਰਿਸ਼ਤਿਆਂ ਦੀਆਂ ਜਿਤਨੀਆਂ ਰੁਕਾਵਟਾਂ ਸਨ ਉਹ ਦੂਰ ਹੋ ਗਈਆਂ। ਦੁਰਭਾਗ ਵਿੱਚ ਵੀ ਸੁਭਾਗ ਸੀ। ਮੀਰਾ ਦਾ ਸੰਸਾਰ ਵਿਚਲੇ ਰਿਸ਼ਤਿਆਂ ਪ੍ਰਤੀ ਜਿਤਨਾ ਵੀ ਪ੍ਰੇਮ ਸੀ, ਸਾਰਾ ਸੁੰਗੜਦਾ ਗਿਆ। ਮੀਰਾ ਨੇ ਮਾਂ ਪ੍ਰਤੀ ਪ੍ਰੇਮ, ਬਾਬੇ ਪ੍ਰਤੀ ਸ਼ਰਧਾ, ਪਤੀ ਪ੍ਰਤੀ ਮੋਹ, ਸਹੁਰੇ ਪ੍ਰਤੀ ਸਤਿਕਾਰ ਅਤੇ ਪਿਤਾ ਪ੍ਰਤੀ ਧੰਨਵਾਦ ਸਭ ਕ੍ਰਿਸ਼ਨ ਦੇ ਪੈਰਾਂ 'ਤੇ ਰੱਖ ਦਿੱਤੇ। ਜਿਉਂ-ਜਿਉਂ ਮੀਰਾ ਦਾ ਸੰਸਾਰ ਸੁੰਗੜਦਾ ਗਿਆ, ਤਿਉਂ-ਤਿਉਂ ਕ੍ਰਿਸ਼ਨ ਨੇੜੇ ਆਉਂਦਾ ਗਿਆ। ਦੁਰਭਾਗ ਸੁਭਾਗ ਹੋ ਨਿਬੜਿਆ। ਕਈ ਸਮੇਂ ਅਜਿਹੇ ਹੁੰਦੇ ਹਨ ਜਦੋਂ ਵਿਛੜਨ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ, ਜਿਵੇਂ ਭੂਚਾਲ ਜਾਂ ਤੂਫਾਨ ਜਾਂ ਯੁੱਧ ਦੌਰਾਨ। ਜੰਗ ਜਵਾਨੀ ਦੀ ਬਲੀ ਲੈਣ ਵਾਲਾ ਯੱਗ ਹੋ ਨਿਬੜਦੀ ਹੈ। ਕਈ ਥਾਵਾਂ ਅਜਿਹੀਆਂ ਹੁੰਦੀਆਂ ਹਨ ਜਿੱਥੇ ਮਿਲਣ ਦੇ ਮੌਕੇ ਵੱਧ ਹੁੰਦੇ ਹਨ ਅਤੇ ਦੋਸਤੀਆਂ ਜਲਦੀ ਪੈਂਦੀਆਂ ਹਨ, ਜਿਵੇਂ ਸਕੂਲ ਵਿੱਚ, ਖੇਡ ਦੇ ਮੈਦਾਨ ਵਿੱਚ, ਗਲੀ ਮੁਹੱਲੇ ਵਿੱਚ। ਮਨੁੱਖ ਜਿੱਥੇ ਵੀ ਹੁੰਦਾ ਹੈ ਉਹ ਆਲੇ ਦੁਆਲੇ ਨਾਲ ਲੋੜ ਅਨੁਸਾਰ ਸੰਬੰਧ ਉਸਾਰ ਲੈਂਦਾ ਹੈ। ਹਸਪਤਾਲ ਵਰਗੀ ਸੋਗੀ ਥਾਂ ਵਿੱਚ ਵੀ ਕਈ ਵਾਰੀ ਮਰੀਜ਼ਾਂ ਦੀ ਆਪਸੀ ਜਾਣ ਪਛਾਣ ਮਾਣ ਭਰੀਆਂ ਰਿਸ਼ਤੇਦਾਰੀਆਂ ਦਾ ਰੂਪ ਧਾਰ ਲੈਂਦੀ ਹੈ। ਕੈਦੀ ਇੱਕ ਦੂਜੇ ਲਈ ਜਾਨ ਵਾਰਨ ਲਈ ਤਿਆਰ ਹੋ ਜਾਂਦੇ ਹਨ। ਹੋਸਟਲਾਂ ਵਿੱਚ ਵਿਦਿਆਰਥੀ ਦੋਸਤ ਅਤੇ ਦੁਸ਼ਮਣ ਦੋਵੇਂ ਉਸਾਰ ਲੈਂਦੇ ਹਨ। ਮੇਰੀ ਇੱਕ ਵਿਦਿਆਰਥਣ ਸੀ। ਉਹ ਆਪਣੀਆਂ ਸਹੇਲੀਆਂ ਨੂੰ ਇਤਨਾ ਪਿਆਰ ਕਰਦੀ ਸੀ ਕਿ ਉਹ ਚਾਹੁੰਦੀ ਸੀ ਕਿ ਉਹ ਸਾਰੀਆਂ ਦਰਿਆ ਵਿੱਚ ਡੁੱਬ ਰਹੀਆਂ ਹੋਣ ਅਤੇ ਉਹ ਇੱਕ ਇੱਕ ਨੂੰ ਬਚਾਵੇ। ਹੁਣ ਸੋਚਦਾ ਹਾਂ ਕਿ ਸਕੂਲ ਵਿੱਚ ਵਾਕਾਂ ਵਿੱਚ ਸਾਨੂੰ ਜਿਹੜੇ ਖਾਲੀ ਸਥਾਨ ਭਰਨੇ ਸਿਖਾਏ ਜਾਂਦੇ ਸਨ, ਉਹ ਵਾਸਤਵ ਵਿੱਚ ਜ਼ਿੰਦਗੀ ਦੇ ਕਾਰ ਵਿਹਾਰ ਵਿੱਚ ਖਾਲੀ ਥਾਵਾਂ ਨੂੰ ਭਰਨ ਦੀ ਹੀ ਸਿੱਖਿਆ ਸਨ। ਇਸੇ ਕਰਕੇ ਅਸੀਂ ਜੀਵਨ ਦੇ ਖਾਲੀ ਸਥਾਨ ਭਰਦੇ ਰਹਿੰਦੇ ਹਾਂ। ਜਦੋਂ ਸਾਨੂੰ ਪਛਾਣਨ ਵਾਲੇ ਵਿਛੜ ਜਾਂਦੇ ਹਨ ਤਾਂ ਅਸੀਂ ਇਸ ਲਈ ਉਦਾਸ ਹੋ ਜਾਂਦੇ ਹਾਂ ਕਿਉਂਕਿ ਇਹ ਸਥਾਨ ਖਾਲੀ ਹੋ ਜਾਂਦੇ ਹਨ। ਪਤਨੀ ਦੇ ਵਿਛੋੜੇ ਉਪਰੰਤ ਖਾਲੀ ਘਰ ਪਤੀ ਨੂੰ ਬੜਾ ਉਦਾਸ ਕਰਦਾ ਹੈ। ਕਈ ਖਾਲੀ ਥਾਵਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਕਦੀ ਵੀ ਭਰਨ ਵਿੱਚ ਨਹੀਂ ਆਉਂਦੀਆਂ, ਜਿਵੇਂ ਜਵਾਨੀ ਵਿੱਚ ਪੁੱਤਰ ਦੀ ਮੌਤ, ਅਧਖੜ ਉਮਰ ਵਿੱਚ ਪਤੀ ਜਾਂ ਪਤਨੀ ਦਾ ਵਿਛੋੜਾ ਅਤੇ ਬੁਢਾਪੇ ਵਿੱਚ ਸਹਾਰੇ ਦੀ ਅਣਹੋਂਦ। ਬਚਪਨ ਸਾਨੂੰ ਇਸ ਕਰਕੇ ਯਾਦ ਆਉਂਦਾ ਹੈ ਕਿਉਂਕਿ ਇਹ ਪਿਆਰ ਨਾਲ ਭਰਿਆ ਹੁੰਦਾ ਹੈ ਅਤੇ ਸਾਡੀ ਹਰ ਗਲਤੀ ਖਿੜੇ ਮੱਥੇ ਮੁਆਫ਼ ਕੀਤੀ ਗਈ ਹੁੰਦੀ ਹੈ। ਮਾਂ ਦਾ ਵਿਛੜਨਾ ਇਤਨਾ ਵੱਡਾ ਘਾਟਾ ਹੁੰਦਾ ਹੈ ਕਿ ਹਮਦਰਦੀ ਅਤੇ ਦਿਲਾਸਿਆਂ ਦਾ ਕੋਈ ਅਸਰ ਨਹੀਂ ਹੁੰਦਾ। ਪਿਤਾ ਨਾਲ ਆਮਦਨ ਅਤੇ ਮਾਂ ਨਾਲ ਘਰ ਦਾ ਸੰਕਲਪ ਜੁੜਿਆ ਹੁੰਦਾ ਹੈ। ਘਰ ਦੌੜ ਰਹੇ ਮਨੁੱਖ ਲਈ ਬੈਠਣ ਦੀ ਥਾਂ ਹੁੰਦੀ ਹੈ। ਪਿਤਾ ਕੋਈ ਵੀ ਬਣ ਸਕਦਾ ਹੈ, ਪਰ ਪਿਤਾ ਜੀ, ਮੇਰੇ ਪਿਆਰੇ ਪਿਤਾ ਜੀ ਬਣਨ ਵਾਸਤੇ ਬੜੀ ਕੁਰਬਾਨੀ ਅਤੇ ਮਿਹਨਤ ਕਰਨੀ ਪੈਂਦੀ ਹੈ। ਸਭ ਤੋਂ ਵੱਧ ਦੁਖਦਾਈ ਵਿਛੋੜਾ ਗੱਭਰੂ ਦੀ ਮੌਤ ਹੁੰਦੀ ਹੈ। ਮਿਹਨਤ ਅਤੇ ਸਿਰਜਣਾ ਦੀ ਸਾਕਾਰ ਮੂਰਤੀ ਮਾਂ ਜਾਬਰ ਮੌਤ ਦੀ ਖੁੱਲ੍ਹੀ ਵੰਗਾਰ ਸਾਹਮਣੇ ਨਿਹੱਥੀ ਹੋ ਕੇ ਰਹਿ ਜਾਂਦੀ ਹੈ। ਗੱਭਰੂ ਦੀ ਮੌਤ ਨਾਲ ਪਰਿਵਾਰ ਦੀਆਂ ਆਸਾਂ, ਸੁਪਨੇ ਅਤੇ ਤਾਂਘਾਂ ਦੇ ਬੁਰਜ ਮੁਨਾਰੇ ਢਹਿ ਢੇਰੀ ਹੋ ਜਾਂਦੇ ਹਨ। ਜਦੋਂ ਸ਼ਬਦ ਸਾਡੇ ਦੁੱਖਾਂ ਦਾ ਬੋਝ ਨਹੀਂ ਚੁੱਕ ਸਕਦੇ ਤਾਂ ਦੁੱਖ ਦੇ ਅੰਨ੍ਹੇ ਵੇਗ ਨੂੰ ਆਦਮ ਚੀਕਾਂ, ਹੌਂਕਿਆਂ, ਹਿਚਕੀਆਂ ਅਤੇ ਵੈਣਾਂ ਵਾਲਾ ਨਿਹੱਥੜਾ ਸਿਆਪਾ ਪਾ ਕੇ ਪ੍ਰਗਟ ਕੀਤਾ ਜਾਂਦਾ ਹੈ।
ਪਾਗਲ ਵੀ ਉਤਨੇ ਪਾਗਲ ਨਹੀਂ ਹੁੰਦੇ ਜਿਤਨੀ ਮਾਂ ਆਪਣੇ ਗੱਭਰੂ ਪੁੱਤਰ ਦੀ ਮੌਤ ਨਾਲ ਪਾਗਲ ਹੋ ਜਾਂਦੀ ਹੈ। ਭੈਣ ਦੀ ਡੋਲੀ ਨੂੰ ਟੋਰਨ ਵਾਲਾ ਸਗਨਾਂ ਵਾਲਾ ਬੂਹਾ ਭਰਾ ਦੀ ਅਰਥੀ ਨੇ ਮੱਲਿਆ ਹੁੰਦਾ ਹੈ। ਪਿਤਾ ਮਗਰੋਂ ਪਤੀ ਦਾ ਚਲੇ ਜਾਣਾ, ਕਈ ਵਾਰੀ ਭਰਾ ਵੀ ਚਲਾ ਜਾਂਦਾ ਹੈ। ਇਸਤਰੀ ਲਈ ਅਸਹਿ ਹੋ ਜਾਂਦਾ ਹੈ। ਮਾਵਾਂ ਮੱਸਿਆ ਵਿੱਚ ਚੰਨ ਲੱਭਦੀਆਂ ਰਹਿੰਦੀਆਂ ਹਨ ਅਤੇ ਪਤਨੀਆਂ ਦੇ ਜੀਵਨ ਵਿੱਚ ਅੱਥਰੂ, ਹੌਂਕੇ ਅਤੇ ਪਛਤਾਵੇ ਹੀ ਰਹਿ ਜਾਂਦੇ ਹਨ। ਵਕਤ ਚੱਲਦਾ ਰਹਿੰਦਾ ਹੈ। ਵਕਤ ਦਾ ਗੁਣ ਇਹ ਹੈ ਕਿ ਇਹ ਰੁਕਦਾ ਨਹੀਂ। ਮਰ ਗਿਆ, ਦੂਰ ਚਲਾ ਜਾਂਦਾ ਹੈ। ਇਹ ਨਹੀਂ ਕਿ ਉਸ ਨੂੰ ਭੁਲਾ ਦਿੱਤਾ ਜਾਂਦਾ ਹੈ, ਪਰ ਉਸ ਦੀ ਥਾਂ ਜਾਂ ਉਸ ਦਾ ਪਾਇਆ ਪੱਖਾ ਕਿਵੇਂ ਨਾ ਕਿਵੇਂ ਪੂਰਿਆ ਜਾਂਦਾ ਹੈ। ਇਹ ਨਹੀਂ ਕਿ ਉਸ ਨੂੰ ਭੁਲਾ ਦਿੱਤਾ ਜਾਂਦਾ ਹੈ, ਪਰ ਉਸ ਦੀ ਥਾਂ ਜਾਂ ਉਸ ਦਾ ਪਾਇਆ ਖੱਪਾ ਕਿਵੇਂ ਨਾ ਕਿਵੇਂ ਪੂਰਿਆ ਜਾਂਦਾ ਹੈ। ਧਰਤੀ ਉੱਤੇ ਮਾਰੂਥਲ ਵੀ ਹਨ ਅਤੇ ਸਮੁੰਦਰ ਵੀ ਹਨ। ਤਾਂਘਾਂ ਦੀ ਥਾਂ ਸਬਰ ਸੰਤੋਖ ਮੱਲ ਲੈਂਦਾ ਹੈ ਅਤੇ ਰੰਗ ਤਮਾਸ਼ਿਆਂ ਦੀ ਥਾਂ ਗੰਭੀਰਤਾ ਲੈ ਲੈਂਦੀ ਹੈ। ਹੌਲੀ ਹੌਲੀ ਜ਼ਿੰਦਗੀ ਦੀ ਰੌਣਕ ਮੌਤ ਦੀ ਉਦਾਸੀ ਨੂੰ ਢੱਕ ਲੈਂਦੀ ਹੈ। ਦਰਦ ਤਿੱਖੇ ਨਹੀਂ ਰਹਿੰਦੇ ਅਤੇ ਰੱਬ ਪ੍ਰਤੀ ਗਿਲੇ ਸ਼ਿਕਵੇ ਉਸ ਦੀਆਂ ਹੋਰ ਬਖਸ਼ਿਸ਼ਾਂ ਕਾਰਨ ਢਿੱਲੇ ਹੋ ਜਾਂਦੇ ਹਨ। ਆਲੇ ਦੁਆਲੇ ਵਿੱਚ ਨਿੱਤ ਦਿਨ ਵਿਛੜਦਿਆਂ ਨੂੰ ਵੇਖ ਕੇ ਆਪਣਾ ਵਿਛੋੜਾ ਸਹਿਣਯੋਗ ਹੋ ਨਿਬੜਦਾ ਹੈ। ਜਿਵੇਂ ਪਿੱਛੇ ਮੁੜ ਕੇ ਵੇਖਦੇ ਰਹਿਣ ਨਾਲ ਗਰਦਨ ਦੁਖਣ ਲੱਗ ਪੈਂਦੀ ਹੈ, ਇਵੇਂ ਹੀ ਅਤੀਤ ਨੂੰ ਯਾਦ ਕਰਕੇ ਝੁਰਦੇ ਰਹਿਣ ਨਾਲ ਅਸੀਂ ਥੱਕ ਜਾਂਦੇ ਹਾਂ। ਸਹਿਜ ਹੋਣ ਦੀ ਆਦਤ ਪੈ ਜਾਂਦੀ ਹੈ। ਹੌਲੀ ਹੌਲੀ ਮਨੁੱਖ ਦੇ ਅੰਦਰੋਂ ਹਿੰਮਤ ਜਾਗਦੀ ਹੈ ਅਤੇ ਜ਼ਿੰਦਗੀ ਉੱਤੇ ਢਿੱਲੀ ਹੋਈ ਉਸ ਦੀ ਪਕੜ ਪੀਡੀ ਹੋ ਜਾਂਦੀ ਹੈ। ਇਹ ਜ਼ਿੰਦਗੀ ਦਾ ਨੇਮ ਹੈ। ਅਸਹਿ ਵਿਛੋੜੇ ਤੋਂ ਮਗਰੋਂ ਜਦੋਂ ਅਸੀਂ ਕਿਸੇ ਵਿਸ਼ਵਾਸਯੋਗ ਵਿਅਕਤੀ ਨੂੰ ਮਿਲਦੇ ਹਾਂ ਤਾਂ ਸਾਡੀ ਅਕਲ ਬਹਾਦਰ ਹੋ ਜਾਂਦੀ ਹੈ ਅਤੇ ਸਾਡਾ ਦਿਲ ਸਿਆਣਾ ਹੋ ਜਾਂਦਾ ਹੈ। ਨਿਰਸੰਦੇਹ ਪਾਲੇ ਪੋਸੇ ਰਿਸ਼ਤਿਆਂ ਦੇ ਟੁੱਟਣ ਨਾਲ ਸਾਡੇ ਅੰਦਰ ਪਛਤਾਵਿਆਂ ਦਾ ਮਲਬਾ ਇਕੱਠਾ ਹੁੰਦਾ ਰਹਿੰਦਾ ਹੈ, ਪਰ ਨਤਾਣੇਪਣ ਵਿੱਚੋਂ ਵੀ ਸਬਰ ਅਤੇ ਧੀਰਜ ਨਾਲ ਹਿੰਮਤਾਂ ਜਾਗਦੀਆਂ ਵੇਖੀਆਂ ਗਈਆਂ ਹਨ। ਮੇਰੇ ਇੱਕ ਮਿੱਤਰ ਹਨ ਜਿਨ੍ਹਾਂ ਦੀ ਜ਼ਿੰਮੇਵਾਰੀ ਛਾਂਟੀ ਕੀਤੇ ਕਰਮਚਾਰੀਆਂ ਦੇ ਹੁਕਮ ਜਾਰੀ ਕਰਨਾ ਸੀ। ਉਹ ਆਪਣੇ ਕੰਮ ਨਾਲ ਮਾਨਸਿਕ ਅਤੇ ਭਾਵਕ ਪੱਖੋਂ ਇਹ ਸੋਚ ਕੇ ਥੱਕ ਜਾਂਦੇ ਸਨ ਕਿ ਛਾਂਟੀ ਕੀਤੇ ਕਰਮਚਾਰੀਆਂ ਨਾਲ ਕੀ ਵਾਪਰੇਗੀ। ਉਹ ਬੇਰੁਜ਼ਗਾਰ ਹੋ ਕੇ ਕੀ ਕਰਨਗੇ, ਉਹਨਾਂ ਦੀਆਂ ਪਤਨੀਆਂ ਅਤੇ ਬੱਚਿਆਂ ਨਾਲ ਕੀ ਗੁਜ਼ਰੇਗੀ। ਉਹ ਛਾਂਟੀ ਉਪਰੰਤ ਕਿਸੇ ਨੂੰ ਰਵਾਨਾ ਹੁੰਦਿਆਂ ਨਹੀਂ ਸੀ ਵੇਖ ਸਕਦੇ ਅਤੇ ਰਾਤ ਨੂੰ ਰਜਾਈ ਵਿੱਚ ਮੂੰਹ ਲੁਕੋ ਕੇ ਰੋਂਦੇ ਰਹਿੰਦੇ ਸਨ। ਜਦੋਂ ਉਹਨਾਂ ਨੇ ਨਵੇਂ ਭਰਤੀ ਹੋਣ ਵਾਲਿਆਂ ਦੇ ਉਤਸ਼ਾਹ ਨੂੰ ਵੇਖਿਆ ਤਾਂ ਉਹਨਾਂ ਦੇ ਵਿਹਾਰ ਦਾ ਵਿਗੜਿਆ ਸੰਤੁਲਨ ਬਹਾਲ ਹੋ ਗਿਆ। ਰਿਸ਼ਤੇ ਟੁੱਟਦੇ ਹਨ ਪਰ ਨਵੇਂ ਉਸਰਦੇ ਵੀ ਹਨ। ਜੇ ਮੌਤ ਵਿਛੜਨ ਦੀ ਸਿਖਰਲੀ ਉਦਾਹਰਨ ਹੈ ਤਾਂ ਜਨਮ ਜਾਂ ਵਿਆਹ ਮਿਲਾਪ ਦੀ ਸਭ ਤੋਂ ਨਿੱਘੀ ਮਿਸਾਲ ਹੈ। ਜਦੋਂ ਵਿਆਹ ਧਰਿਆ ਜਾਵੇ ਤਾਂ ਵਿਆਹ ਤੋਂ ਪਹਿਲਾਂ ਕੋਈ ਸਮੱਸਿਆ ਨਹੀਂ ਉਪਜਦੀ, ਕਿਉਂਕਿ ਵਿਆਹ ਦੀ ਤਾਂਘ ਇਤਨੀ ਬਲਵਾਨ ਹੁੰਦੀ ਹੈ ਕਿ ਕੋਈ ਸਮੱਸਿਆ ਰੁਕਾਵਟ ਨਹੀਂ ਬਣ ਸਕਦੀ। ਪਰ ਵਿਆਹ ਤਾਂ ਹੀ ਸਫਲ ਹੁੰਦਾ ਹੈ ਜੇ ਨਿੱਤ ਦਿਨ ਮਿਲਣ ਦੀ ਨਵੀਂ ਅਤੇ ਸੱਜਰੀ ਤਾਂਘ ਉਪਜਦੀ ਰਹੇ, ਨਹੀਂ ਤਾਂ ਸ਼ਗਨਾਂ ਅਤੇ ਵਧਾਈਆਂ ਉਪਰੰਤ ਨਿੱਕੀਆਂ ਨਿੱਕੀਆਂ ਗੱਲਾਂ ਵਿਛੜਨ ਦਾ ਕਾਰਨ ਬਣ ਜਾਂਦੀਆਂ ਹਨ। ਅਸੀਂ ਜ਼ਿੰਦਗੀ ਵਿੱਚ ਵਿਛੜਨ ਵਾਲਿਆਂ ਨੂੰ ਵੀ ਮਿਲਣ ਵਾਲੇ ਦਿਨਾਂ ਦੇ ਸੰਦਰਭ ਵਿੱਚ ਰਲ ਕੇ ਗੁਜ਼ਾਰੇ ਦਿਨਾਂ ਦੇ ਮਾਣ ਨਾਲ ਯਾਦ ਕਰਦੇ ਹਾਂ। ਜਿਉਂ-ਜਿਉਂ ਉਮਰ ਵੱਧਦੀ ਹੈ ਅਸੀਂ ਬਚਪਨ ਦੇ ਸਾਥੀਆਂ ਨੂੰ, ਪੁਰਾਣੇ ਜਮਾਤੀਆਂ ਨੂੰ ਮੁੜ ਮਿਲਣ ਲਈ ਤਰਸਣ ਲੱਗ ਪੈਂਦੇ ਹਾਂ। ਮੀਂਹ ਦੇ ਪਾਣੀ ਵਿੱਚ ਚਲਾਈਆਂ ਕਾਗਜ਼ ਦੀਆਂ ਬੇੜੀਆਂ, ਚੁਰਾ ਕੇ ਖਾਧੇ ਅਮਰੂਦ, ਜਾਮਣ, ਜਲੇਬੀਆਂ ਅਤੇ ਲੱਡੂ, ਕੰਧਾਂ ਟੱਪ ਕੇ ਕਿਸੇ ਨੂੰ ਮਿਲਣ ਦੇ ਯਤਨਾਂ ਦੀਆਂ ਯਾਦਾਂ ਦੀ ਦਬੀ ਹੋਈ ਦੌਲਤ ਉਮਰ ਅਤੇ ਤਜਰਬੇ ਨਾਲ ਵਧੇਰੇ ਮੁੱਲਵਾਨ ਹੋ ਜਾਂਦੀ ਹੈ। ਉਹ ਸਾਥਣਾਂ ਯਾਦ ਆਉਂਦੀਆਂ ਹਨ ਜਿਹੜੀਆਂ ਹਾਰ ਕੇ ਵੀ ਹੱਸਦੀਆਂ ਸਨ। ਉਹ ਬੇਲੀ ਯਾਦ ਆਉਂਦੇ ਹਨ ਜਿਨ੍ਹਾਂ ਕੋਲ ਪਤੰਗ ਕੱਟਣ ਦਾ ਹੁਨਰ ਸੀ ਅਤੇ ਪਤੰਗ ਕਟਵਾਉਣ ਦਾ ਸਲੀਕਾ ਸੀ। ਜ਼ਿੰਦਗੀ ਵਿੱਚ ਕਈ ਰਿਸ਼ਤੇ ਟੁੱਟ ਕੇ ਮੁੜ ਵੀ ਗੰਢੇ ਜਾਂਦੇ ਹਨ। ਕਈ ਸਾਲਾਂ ਦੇ ਵਿਛੋੜੇ ਉਪਰੰਤ ਕਈ ਪਤੀ ਪਤਨੀ ਫਿਰ ਰਲ ਕੇ ਰਹਿਣ ਲੱਗ ਪੈਂਦੇ ਹਨ। 40 ਮੁਕਤਿਆਂ ਨੇ ਵੀ ਗੁਰੂ ਦੇ ਪਿਆਰੇ ਬਣ ਕੇ ਅੰਮ੍ਰਿਤ ਛਕਿਆ ਸੀ, ਪਰ ਉਹ ਵਿਛੋੜਾ ਦੇ ਗਏ ਸਨ। ਮੁਕਤਿਆਂ ਉੱਤੇ ਗੁਰੂ ਦਾ ਸਿਰਾਂ ਦਾ ਕਰਜ਼ਾ ਸੀ ਜਿਹੜਾ ਸਿਰ ਦੇ ਕੇ ਹੀ ਲੈ ਸਕਦਾ ਸੀ। ਮੁਕਤਿਆਂ ਨੂੰ ਗੁਰੂ ਗੋਦ ਦਾ ਨਿੱਘ ਸਿਰ ਦੇ ਕੇ ਹੀ ਮਿਲਿਆ ਸੀ। ਕਰਜ਼ਾ ਲਾਹ ਕੇ ਉਹੀ 40 ਉਹਨਾਂ ਪੰਜਾਂ ਨਾਲ ਜਾ ਖਲੋਤੇ ਸਨ ਜਿੱਥੇ ਮਗਰੋਂ 4 ਹੋਰ ਆ ਕੇ ਖਲੋਣੇ ਸਨ। ਮੁਆਫ਼ ਕਰਨ ਦੇ ਗੁਣ ਤੋਂ ਬਿਨਾਂ ਵਿਛੋੜੇ ਮਿਲਾਪ ਨਹੀਂ ਬਣਦੇ। ਆਪਣੇ ਪਿਆਰਿਆਂ ਦਾ ਵਿਛੋੜਾ ਬਰਦਾਸ਼ਤ ਕੀਤਾ ਜਾ ਸਕਦਾ ਹੈ, ਪਰ ਉਹਨਾਂ ਤੋਂ ਵਿਛੜਨਾ ਬਰਦਾਸ਼ਤ ਨਹੀਂ ਹੁੰਦਾ। ਵਿਛੜਨਾ ਕਿਸੇ ਵੀ ਪੱਖੋਂ ਸੁਖਦਾਈ ਨਹੀਂ ਹੁੰਦਾ। ਇਸੇ ਕਰਕੇ ਵਿਦਾਇਗੀ ਸਮੇਂ ਅਸੀਂ ਆਪਣੇ ਗਿਲੇ ਸ਼ਿਕਵੇ ਭੁਲਾ ਕੇ ਵਿਛੜਨ ਵਾਲੇ ਨਾਲ
ਮੁੜ ਮਿਲਣ ਦੀ ਥਾਂ ਰੱਖ ਕੇ ਵਿਛੜਦੇ ਹਾਂ। ਮਿਲਣ ਵਿੱਚ ਨਿੱਘ ਹੈ, ਜ਼ਿੰਦਗੀ ਦੀ ਰੌਣਕ ਹੈ। ਜਿਨ੍ਹਾਂ ਲੋਕਾਂ ਵਿੱਚ ਮਿਲਣ ਦਾ ਹੁਨਰ ਹੁੰਦਾ ਹੈ ਉਹ ਵਧੇਰੇ ਆਸਵੰਦ, ਉਸਾਰੂ ਸੋਚ ਵਾਲੇ, ਭਵਿੱਖਮੁਖੀ ਅਤੇ ਨਿੱਘੇ ਵਿਅਕਤੀ ਹੁੰਦੇ ਹਨ। ਜਿਤਨਾ ਵਧੇਰੇ ਲੋਕਾਂ ਨਾਲ ਸਾਡਾ ਮੇਲ ਮਿਲਾਪ ਹੁੰਦਾ ਹੈ ਉਤਨੀ ਹੀ ਸਾਡੀ ਸਿਹਤ ਠੀਕ ਰਹਿੰਦੀ ਹੈ। ਉਮਰ ਵੱਧਦੀ ਹੈ, ਬਿਮਾਰ ਹੋਣ ਲਈ ਵਕਤ ਹੀ ਨਹੀਂ ਲੱਭਦਾ। ਮਿਲਣ ਨਾਲ ਭਰਮ ਭੁਲੇਖੇ ਦੂਰ ਹੁੰਦੇ ਹਨ, ਆਤਮ ਵਿਸ਼ਵਾਸ ਵੱਧਦਾ ਹੈ, ਖੁਸ਼ਹਾਲੀ ਆਉਂਦੀ ਹੈ। ਸਦਭਾਵਨਾ ਨਾਲ ਆਮਦਨ ਅਤੇ ਵਸੀਲਿਆਂ ਦੀ ਘਾਟ ਦੇ ਬਾਵਜੂਦ ਜੀਵਨ ਸੁਖਾਲਾ ਹੋ ਜਾਂਦਾ ਹੈ। ਹਿੰਮਤ ਬਣੀ ਰਹਿੰਦੀ ਹੈ, ਮੇਲ ਮਿਲਾਪ ਨਾਲ ਉਤਸ਼ਾਹ ਮਿਲਦਾ ਹੈ। ਸਵੇਰੇ ਸਾਡੇ ਦਿਲ ਵਿੱਚ ਲੋਕਾਂ ਨੂੰ ਮਿਲਣ ਦਾ ਉਤਸ਼ਾਹ ਹੁੰਦਾ ਹੈ। ਇਸ ਉਤਸ਼ਾਹ ਕਾਰਨ ਨਾਸ਼ਤਾ ਸਾਦਾ ਹੋਣ ਦੇ ਬਾਵਜੂਦ ਭਰਪੂਰ ਤਸੱਲੀ ਵਾਲਾ ਹੁੰਦਾ ਹੈ, ਜਦੋਂ ਕਿ ਰਾਤ ਨੂੰ ਦਿਨ ਦੇ ਵਿਛੋੜਿਆਂ ਦੇ ਸੰਤਾਪ ਕਰਕੇ ਸਭ ਕੁਝ ਕਾਹਲੀ ਨਾਲ ਖਾ ਜਾਣ ਦੀ ਭਾਰੀ ਭੁੱਖ ਹੁੰਦੀ ਹੈ। ਸਾਨੂੰ ਮਿਲਣ ਗਿਲਣ ਵਾਲੇ ਸਾਡਾ ਧਿਆਨ ਰੱਖਦੇ ਹਨ, ਬਿਨ ਬੁਲਾਏ ਮਦਦ ਲਈ ਦੌੜਦੇ ਹਨ। ਅਸੀਂ ਵੀ ਅਨੇਕਾਂ ਭੈੜੇ ਕੰਮ ਇਸ ਲਈ ਨਹੀਂ ਕਰਦੇ ਕਿ ਸਾਡੇ ਮਿਲਣ ਗਿਲਣ ਵਾਲਿਆਂ ਨੂੰ ਚੰਗੇ ਨਹੀਂ ਲੱਗਣਗੇ। ਅਸੀਂ ਆਪਣੇ ਆਪ ਨੂੰ ਕਿਤਨਾ ਵੀ ਵਿਸ਼ੇਸ਼ ਜਾਂ ਅਨੋਖਾ ਸਮਝ ਲਈਏ, ਪਰ ਸੱਚ ਇਹ ਹੈ ਕਿ ਅਸੀਂ ਦੂਜਿਆਂ ਵਰਗੇ ਹੀ ਹੁੰਦੇ ਹਾਂ। ਸੋ ਸੰਬੰਧ ਤਾਂ ਹੀ ਵਿਗਸਦੇ ਹਨ ਜੇ ਬਰਾਬਰੀ, ਸਤਿਕਾਰ ਅਤੇ ਮੁਆਫ਼ ਕਰਨ ਦੀ ਭਾਵਨਾ 'ਤੇ ਉਸਰੇ ਹੋਣ। ਉਚੇਚ ਵਾਲੇ ਰਿਸ਼ਤੇ ਅਤੇ ਅਸਾਵੇਂ ਰਿਸ਼ਤੇ ਨਿੱਘ ਨਹੀਂ ਦਿੰਦੇ, ਬੋਝ ਬਣ ਜਾਂਦੇ ਹਨ। ਆਪਣੇ ਸ਼ਹਿਰ ਜਾਂ ਆਪਣੇ ਕਾਰਜ ਖੇਤਰ ਵਿੱਚੋਂ ਬਾਹਰ ਨਿਕਲ ਕੇ ਅਸੀਂ ਸਾਰੇ ਇੱਕੋ ਜਿਹੇ ਹੋ ਜਾਂਦੇ ਹਾਂ। ਧਾਰਮਿਕ ਸਥਾਨ 'ਤੇ ਅਸੀਂ ਸਾਰਿਆਂ ਨੂੰ ਆਪਣੇ ਵਰਗਾ ਸਮਝ ਕੇ ਹੀ ਮਿਲਦੇ ਹਾਂ। ਇੱਥੇ ਸਾਨੂੰ ਝੁਕਣ ਵਿੱਚ ਔਖ ਨਹੀਂ ਹੁੰਦੀ, ਇੱਥੇ ਕਿਸੇ ਦੇ ਮਿਲ ਪੈਣ 'ਤੇ ਖੁਸ਼ੀ ਹੁੰਦੀ ਹੈ। ਧਾਰਮਿਕ ਸਥਾਨ ਬਰਾਬਰੀ ਦੇ ਆਧਾਰ 'ਤੇ ਮਿਲਣ ਦੇ ਪੱਖ ਤੋਂ ਹੀ ਮਹੱਤਵਪੂਰਨ ਹੁੰਦੇ ਹਨ। ਜਦੋਂ ਸਾਨੂੰ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਸਾਡਾ ਪਿਆਰ ਸਾਡੀ ਸੋਚ, ਕਲਪਨਾ ਅਤੇ ਹਿਰਦੇ ਨੂੰ ਇਤਨਾ ਵਿਸ਼ਾਲ ਕਰ ਦਿੰਦਾ ਹੈ ਕਿ ਉੱਥੇ ਹਰ ਕਿਸੇ ਲਈ ਖੁੱਲ੍ਹੀ ਥਾਂ ਪੈਦਾ ਹੋ ਜਾਂਦੀ ਹੈ ਅਤੇ ਸਾਡੇ ਦਿਲ ਵਿੱਚ ਗਲੀਚੇ ਅਤੇ ਦਰੀਆਂ ਵਿੱਚ ਜਾਂਦੀਆਂ ਹਨ। ਕਿਸੇ ਨੂੰ ਕਿਸੇ ਵੇਲੇ ਪਿਆਰ ਕੀਤਾ ਹੋਵੇ, ਜਿਸ ਕਿਸੇ ਨਾਲ ਕਿਸੇ ਵੇਲੇ ਦੋਸਤੀ ਰਹੀ ਹੋਵੇ, ਉਹ ਸਾਡੀ ਜ਼ਿੰਦਗੀ ਦੀ ਕਿਤਾਬ ਵਿੱਚ ਇੱਕ ਕਾਂਡ ਬਣ ਜਾਂਦਾ ਹੈ, ਕਿਉਂਕਿ ਉਸਨੇ ਸਾਡੇ ਆਮ ਸਧਾਰਨ ਦਿਨਾਂ ਵਿੱਚ ਤਿਉਹਾਰਾਂ ਵਾਲੀ ਰੌਣਕ ਭਰੀ ਹੁੰਦੀ ਹੈ। ਉਸ ਪ੍ਰਤੀ ਵਿਛੜਨ ਉਪਰੰਤ ਵੀ ਸਤਿਕਾਰ ਦੀ ਭਾਵਨਾ ਬਣੀ ਰਹਿਣੀ ਚਾਹੀਦੀ ਹੈ, ਕਿਉਂਕਿ ਕਿਸੇ ਵੇਲੇ ਤਾਂ ਉਹ ਸਾਡਾ ਪਿਆਰਾ ਦੋਸਤ ਸੀ। ਨਿਰਸੰਦੇਹ ਕਈਆਂ ਦੇ ਵਿਛੜਨ ਨਾਲ ਜ਼ਿੰਦਗੀ ਦੀ ਰੌਣਕ ਹੀ ਗੁਆਚ ਜਾਂਦੀ ਹੈ, ਪਰ ਕਬਰਾਂ ਤੋਂ ਦੀਵੇ ਲਿਆ ਕੇ ਘਰਾਂ ਵਿੱਚ ਰੋਸ਼ਨੀ ਨਹੀਂ ਕੀਤੀ ਜਾ ਸਕਦੀ। ਲੋੜ ਆਸਵੰਦ ਹੋਣ ਅਤੇ ਸ਼ਕਤੀਸ਼ਾਲੀ ਬਣਨ ਦੀ ਹੈ। ਕੁਝ ਵੀ ਪਹਿਲੀ ਵਾਰ ਜਾਂ ਕੇਵਲ ਸਾਡੇ ਨਾਲ ਹੀ ਨਹੀਂ ਵਾਪਰਦਾ। ਸ਼ਕਤੀਸ਼ਾਲੀ ਵਿਅਕਤੀ ਸ਼ਿਕਾਇਤਾਂ ਤੋਂ ਬਿਨਾਂ ਦੁੱਖ ਬਰਦਾਸ਼ਤ ਕਰਨ ਦੀ ਹਿੰਮਤ ਜੁਟਾਉਂਦੇ ਹਨ, ਜਦੋਂ ਕਿ ਕਮਜ਼ੋਰ ਵਿਅਕਤੀ ਬਿਨਾਂ ਕਿਸੇ ਦੁੱਖ ਦੇ ਹੀ ਸ਼ਿਕਾਇਤਾਂ ਕਰੀ ਜਾਂਦੇ ਹਨ। ਸਿਆਣੇ, ਡੂੰਘੇ ਅਤੇ ਗੰਭੀਰ ਵਿਅਕਤੀਆਂ ਲਈ ਦੁੱਖ ਸਹਿਣੇ ਸਹਿਜ ਅਨੁਭਵ ਹੁੰਦਾ ਹੈ। ਜਿਵੇਂ ਬੱਦਲਾਂ ਵਾਲੀ ਰਾਤ ਨੂੰ ਪਤਾ ਹੀ ਨਹੀਂ ਲੱਗਦਾ ਕਿ ਚੰਨ ਬੱਦਲਾਂ ਨਾਲ ਖੇਡ ਰਿਹਾ ਹੈ ਜਾਂ ਬੱਦਲ ਚੰਨ ਨਾਲ ਖੇਡ ਰਹੇ ਹਨ, ਇਵੇਂ ਹੀ ਜੀਵਨ ਵਿੱਚ ਹਰੇਕ ਵਿਅਕਤੀ ਦੇ ਜੀਵਨ ਵਿੱਚ ਮਿਲਣ ਵਿਛੜਨ ਦਾ ਇੱਕ ਸਿਲਸਿਲਾ ਚੱਲਦਾ ਹੈ। ਹਰ ਬੰਦੇ ਵਿੱਚ ਨਾਇਕ ਅਤੇ ਖਲਨਾਇਕ ਦੋਵੇਂ ਹਾਜ਼ਰ ਹੁੰਦੇ ਹਨ। ਨੀਵੀਆਂ ਸਥਿਤੀਆਂ ਤੋਂ ਉੱਠੇ ਲੋਕ ਅਕਸਰ ਜਲਦੀ ਚਿੜ ਜਾਂਦੇ ਹਨ। ਅਸੀਂ ਸਾਰੇ ਆਪਣੀ ਆਪਣੀ ਹਉਮੈ ਦੀ ਮਜ਼ਦੂਰ ਹਾਂ। ਅਸੀਂ ਵੀ ਚਿੜ ਜਾਂਦੇ ਹਾਂ, ਗੁੱਸੇ ਹੋ ਜਾਂਦੇ ਹਾਂ। ਸਲੀਕੇ ਤੋਂ ਬਿਨਾਂ ਜ਼ਿੰਦਗੀ ਦਾ ਸੁਹਜ ਵਿਖਾਈ ਨਹੀਂ ਦਿੰਦਾ। ਸਲੀਕੇ ਨਾਲ ਵਿਛੜਨਾ ਵੀ ਮਿਹਰਬਾਨੀ ਦੀ ਇੱਕ ਕਿਸਮ ਹੁੰਦੀ ਹੈ। ਇਹ ਸਲੀਕਾ ਅਤੇ ਹੁਨਰ ਅਕਸਰ ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਵਿੱਚ ਵਧੇਰੇ ਹੁੰਦਾ ਹੈ। ਉਹ ਕਿਸੇ ਰਿਸ਼ਤੇ ਨੂੰ ਸੁੱਟਦੀਆਂ ਨਹੀਂ, ਸਾਂਭਣ ਯੋਗ ਨੂੰ ਸਾਂਭਦੀਆਂ ਹਨ ਅਤੇ ਆਪਣੇ ਮਨ ਦੀ ਪੜਛੱਤੀ ਵਿੱਚ ਟਿਕਾ ਦਿੰਦੀਆਂ ਹਨ। ਕਈ ਵਾਰੀ ਇੱਕ ਸੰਖੇਪ ਜਿਹੀ ਮਿਲਣੀ ਜਾਂ ਮੁਲਾਕਾਤ ਨਿੱਘੀ ਅਤੇ ਰਜਮੀ ਦੋਸਤੀ ਦੇ ਬੂਹੇ ਖੋਲ੍ਹ ਦਿੰਦੀ ਹੈ। ਵੇਖਿਆ ਗਿਆ ਹੈ ਕਿ ਜੇ ਮੁੱਖ ਗੱਲਾਂ 'ਤੇ ਸਹਿਮਤੀ ਹੋਵੇ ਤਾਂ ਵੇਰਵਿਆਂ ਦੇ ਵਖਰੇਵਿਆਂ ਨੂੰ ਬਰਦਾਸ਼ਤ ਕਰਨਾ ਸੌਖਾ ਹੁੰਦਾ ਹੈ। ਅਜਨਬੀਆਂ ਨੂੰ ਮਿਲਣ ਦੇ ਸਾਡੇ ਢੰਗ ਤੋਂ ਪਤਾ ਲੱਗਦਾ ਹੈ ਕਿ ਅਸੀਂ ਸੰਸਾਰ ਦੇ ਵਸਨੀਕ ਹਾਂ ਜਾਂ ਇੱਕ ਦੇਸ਼ ਜਾਂ ਪ੍ਰਾਂਤ ਦੇ ਜਾਂ ਇੱਕ ਪਿੰਡ ਦੇ। ਪਿੰਡ ਵਿੱਚ ਰਹਿ ਕੇ ਵੀ ਸੰਸਾਰ ਦੇ ਸੰਦਰਭ ਵਿੱਚ ਸੋਚਿਆ ਜਾ ਸਕਦਾ ਹੈ ਅਤੇ ਮਹਾਂਨਗਰ ਵਿੱਚ ਵੀ ਬੰਦ ਦਿਮਾਗਾਂ ਵਾਲੇ ਬੜੇ ਬੰਦੇ ਮਿਲ ਜਾਂਦੇ ਹਨ। ਹੁਨਰ, ਸਲੀਕਾ, ਸੂਝ ਅਤੇ ਸਿਆਣਪ, ਇਹ ਸਾਰੇ ਗੁਣ ਮਿਹਨਤ ਕਰਕੇ ਅਤੇ ਵਕਤ ਪਾ ਕੇ ਉਸਰਦੇ ਹਨ। ਬ੍ਰਹਿਮੰਡ ਵਿੱਚ ਕੁਝ ਵੀ ਨਿਖੜਿਆ ਵਿਛੜਿਆ ਹੋਇਆ ਨਹੀਂ, ਸਭ ਕੁਝ ਨਾਲ ਜੁੜਿਆ ਹੋਇਆ ਹੈ। ਸੋ ਜੀਵਨ ਜਿਉਣ ਵਾਸਤੇ ਹਰ ਕਿਸੇ ਨੂੰ ਹਰ ਕਿਸੇ ਦੀ ਲੋੜ ਹੁੰਦੀ ਹੈ। ਦੂਜਿਆਂ ਨੂੰ ਸਤਿਕਾਰ ਨਾਲ ਮਿਲਣਾ ਖੁਸ਼ਹਾਲੀ ਦੀ ਨਿਸ਼ਾਨੀ ਹੁੰਦੀ ਹੈ ਅਤੇ ਅਜਨਬੀਆਂ ਨੂੰ ਧੀਰਜ ਨਾਲ ਸੁਣਨਾ ਸੱਭਿਅਕ, ਸਾਊ ਅਤੇ ਸੋਹਣੇ ਵਿਅਕਤੀਆਂ ਦੀ ਆਦਤ ਹੁੰਦੀ ਹੈ।
ਜਿਹੜੇ ਦੂਜਿਆਂ ਬਾਰੇ ਫਤਵੇ ਦੇਣ ਅਤੇ ਆਪਣੇ ਮੂੰਹ ਫੱਟ ਹੋਣ ਦਾ ਮਾਣ ਕਰਦੇ ਹਨ, ਜੇ ਉਹ ਥੋੜ੍ਹਾ ਜਿਹਾ ਵੀ ਸੋਚ ਕੇ ਬੋਲਣ ਤਾਂ ਸਿਆਣੀਆਂ ਗੱਲਾਂ ਵੀ ਕਰ ਸਕਦੇ ਹਨ ਅਤੇ ਖੁਸ਼ਹਾਲ ਵੀ ਹੋ ਸਕਦੇ ਹਨ। ਮੇਲ ਮਿਲਾਪ ਦੇ ਪੱਖੋਂ ਅਸੰਤੁਸ਼ਟ ਵਿਅਕਤੀ ਕੋਲ ਨਿੰਦਾ ਹੀ ਨਿੰਦਾ ਹੁੰਦੀ ਹੈ ਅਤੇ ਜਿਨ੍ਹਾਂ ਕੋਲ ਰਿਸ਼ਤਿਆਂ ਦਾ ਰੱਜ ਹੁੰਦਾ ਹੈ, ਪ੍ਰਸ਼ੰਸਾ ਉਹੀ ਕਰ ਸਕਦੇ ਹਨ। ਆਸ਼ਾਵਾਦੀਆਂ ਜਾਂ ਆਪਣੇ ਕੰਮ ਵਿੱਚ ਨਿਪੁੰਨ ਅਤੇ ਆਪਣੇ ਖੇਤਰ ਦੇ ਮਾਹਿਰ ਅਤੇ ਪੁਸਤਕਾਂ ਪੜ੍ਹਨ ਦੇ ਸ਼ੌਕੀਨ ਵਿਅਕਤੀਆਂ ਵਿੱਚ ਦੂਜਿਆਂ ਦੇ ਸੰਪਰਕ ਵਿੱਚ ਆਉਣ ਦੀ ਸੁਭਾਵਿਕ ਸਮਰੱਥਾ ਅਤੇ ਇੱਛਾ ਹੁੰਦੀ ਹੈ। ਉਹ ਹਰ ਕਿਸੇ ਨੂੰ ਸੌਖ ਨਾਲ ਮਿਲਦੇ ਹਨ। ਮੇਲ ਮਿਲਾਪ ਨਾਲ ਜੀਵਨ ਦੀ ਤਸੱਲੀ ਵੱਧਦੀ ਹੈ, ਮੁਸੀਬਤਾਂ ਸਹਿਣ ਦੀ ਹਿੰਮਤ ਜਾਗਦੀ ਹੈ, ਸਾਡਾ ਜੀਵਨ ਪੱਧਰ ਸੁਧਰਦਾ ਹੈ ਅਤੇ ਅਸੀਂ ਅੰਦਰੋਂ ਸੁਖਾਲੇ ਅਤੇ ਭਰੇ ਹੋਏ ਮਹਿਸੂਸ ਕਰਦੇ ਹਾਂ। ਭੋਜਨ ਅਤੇ ਕੱਪੜੇ ਹੀ ਜ਼ਿੰਦਗੀ ਦੀਆਂ ਲੋੜਾਂ ਨਹੀਂ, ਚੰਗੇ ਲੋਕਾਂ ਨਾਲ ਸੰਪਰਕ ਵਿੱਚ ਰਹਿਣਾ ਵੀ ਜ਼ਿੰਦਗੀ ਦੀ ਅਸੀਸ ਹੁੰਦੀ ਹੈ। ਮਿਲਣਾ ਜ਼ਿੰਦਗੀ ਦੀ ਸ਼ਾਬਾਸ਼ ਹੈ, ਵਿਛੋੜਾ ਜ਼ਿੰਦਗੀ ਦਾ ਯਥਾਰਥ ਹੈ, ਪਰ ਵਿਛੜਨ ਵਿੱਚ ਵੀ ਸਲੀਕਾ ਹੋਣਾ ਚਾਹੀਦਾ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।